ਦਾ ਨਾਂ ਨਾਨਕ ਮਤਾ ਪੈ ਗਿਆ। ਸਿੱਧਾਂ ਨੇ ਸਾਜ਼ਿਸ਼ ਘੜਦੇ ਹੋਏ ਸਤਿਗੁਰੂ ਜੀ ਨੂੰ ਕਿਹਾ, ਕੁਝ ਖਾਣ ਵਾਸਤੇ ਚਾਹੀਦਾ ਹੈ। ਮਹਾਰਾਜ ਜੀ ਜਿਸ ਦਰਖਤ ਦੇ ਥੱਲੇ ਬੈਠੇ ਹੋਏ ਸਨ ਉਹ ਦਰਖਤ ਰੀਠਿਆਂ ਦਾ ਦਰਖਤ ਸੀ। ਰੀਠੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਕੌੜੇ ਹੁੰਦੇ ਹੈ। ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਰੀਠੇ ਤੋੜੇ ਗਏ। ਜਦੋਂ ਸਿੱਧਾਂ ਨੇ ਖਾਧੇ ਤੇ ਉਹ ਬਹੁਤ ਜ਼ਿਆਦਾ ਮਿੱਠੇ ਸਨ, ਸਵਾਦਲੇ ਸਨ। ਸਿੱਧਾਂ ਨੂੰ ਬੜਾ ਸਵਾਦ ਆਉਂਦਾ ਹੈ। ਮਹਾਰਾਜ ਸਿੱਧਾਂ ਦਾ ਹੰਕਾਰ ਤੋੜਨ ਵਾਸਤੇ ਆਖਦੇ ਹੈ, ਕਹਿੰਦੇ ਵੀ ਸਿੱਧੋ, ਤੁਸੀਂ ਕਹਿੰਦੇ ਹੋ ਤੁਹਾਡੇ ਵਿੱਚ ਸ਼ਕਤੀਆਂ ਬੜੀਆਂ, ਤੁਸੀਂ ਕਹਿੰਦੇ ਹੋ ਤੁਹਾਡੇ ਵਿੱਚ ਕਰਾਮਾਤਾਂ ਬੜੀਆਂ, ਫਿਰ ਇੱਦਾਂ ਕਰੋ ਵੀ ਜਿਹੜੇ ਟਾਹਣ ਦੇ ਥੱਲੇ ਤੁਸੀਂ ਬੈਠੇ ਹੋ ਨਾ, ਉਹ ਵੀ ਰੀਠੇ ਜਿਹੜੇ ਆ ਉਹ ਮਿੱਠੇ ਕਰਕੇ ਵਿਖਾਓ। ਸਿੱਧਾਂ ਨੇ ਬੜਾ ਜ਼ੋਰ ਲਾਇਆ। ਜਿਸ ਟਾਹਣ ਦੇ ਹੇਠ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸਨ, ਉਹ ਟਾਹਣ ਜਿਹੜਾ ਰੀਠਿਆਂ ਦੇ ਨਾਲ ਭਰਿਆ ਹੋਇਆ ਮਿੱਠਾ ਹੈ। ਜਿੱਧਰ ਸਿੱਧ ਬੈਠੇ ਹੋਏ ਸਨ, ਉਹ ਟਾਹਣ ਜਿਹੜਾ ਕੌੜਾ ਹੈ। ਸਿੱਧਾਂ ਨੇ ਜ਼ੋਰ ਲਾ ਲਿਆ, ਪਰ ਉਹ ਰੀਠੇ ਜਿਹੜੇ ਉਹਨਾਂ ਕੋਲੋਂ ਮਿੱਠੇ ਨਾ ਹੋ ਸਕੇ। ਅੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਦੇ ਹੋਏ ਅਗਲੇਰੇ ਪੰਧ ਨੂੰ ਤੁਰ ਪੈਂਦੇ ਹੈ। ਅਗਲਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਜਗਤ ਸਤਿਗੁਰੂ ਹਨ, ਉਹਨਾਂ ਦੀ ਕਥਾ ਜਿਹੜੀ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸਰਵਣ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਅਗਲੇਰੇ ਪੰਧ ਅਗਲੇ ਰਸਤੇ ਤੇ ਚੱਲ ਪੈਂਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਚੱਲਦੇ ਹੋਏ ਦਿੱਲੀ ਦੇ ਵਿੱਚ ਪਹੁੰਚ ਜਾਂਦੇ ਹੈ। ਦਿੱਲੀ ਆਦਿ ਕਾਲ ਤੋਂ ਹੀ ਜਿਹੜੀ ਹੈ ਉਹ ਰਾਜ ਦਾ ਕੇਂਦਰ ਰਹੀ ਹੈ। ਉੱਥੇ ਰਾਜ ਦੀ ਲੜਾਈ ਹੁੰਦੀ ਰਹੀ। ਪੁਰਾਤਨ ਸਮੇਂ ਦੇ ਵਿੱਚ ਹਸਤਨਾਪੁਰ ਸੀ, ਉਹ ਕੇਂਦਰੀ ਸੀ, ਭਾਵ ਰਾਜਧਾਨੀ ਸੀ ਕੌਰਵਾਂ ਦੀ, ਪਾਂਡਵਾਂ ਦੀ। ਉਸ ਸਿੰਘਾਸਨ ਦੀ ਖਾਤਰ ਜੰਗ ਹੋਇਆ, ਯੁੱਧ ਹੋਇਆ, ਔਰ ਉਸ ਤੋਂ ਬਾਅਦ ਦਿੱਲੀ ਬਣੀ। ਆਗਰਾ ਵੀ ਜਿਹੜਾ ਲੰਮਾ ਸਮਾਂ ਮੁਗਲਾਂ ਦੀ ਰਾਜਧਾਨੀ ਰਿਹਾ, ਕਦੇ ਆਗਰਾ ਤੇ ਕਦੇ ਦਿੱਲੀ। ਅੱਜ ਵੀ ਭਾਰਤ ਦੀ ਰਾਜਧਾਨੀ ਜਿਹੜੀ ਉਹ ਦਿੱਲੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵਕਤ ਜਾਂਦੇ ਆ, ਉਹ ਦਿੱਲੀ ਉਸ ਵਕਤ ਜਿਹੜੇ ਬਾਦਸ਼ਾਹ ਸਨ ਉਹਨਾਂ ਦੀ ਉਹ ਰਾਜਧਾਨੀ ਸੀ। ਉਸ ਵਕਤ ਤਖਤ ਦੇ ਉੱਪਰ ਜਿਹੜਾ ਉਹ ਸਿਕੰਦਰ ਲੋਧੀ, ਇਬਰਾਹੀਮ ਲੋਧੀ, ਪਿਤਾ ਤੇ ਪੁੱਤਰ ਵਾਰੀ-ਵਾਰੀ ਜਿਹੜੇ ਉਹ ਰਾਜ ਕਰਦੇ ਪਏ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਬਾਗ ਦੇ ਉੱਪਰ ਜਾ ਕੇ ਉਤਾਰਾ ਕਰਦੇ, ਭਾਵ ਉੱਥੇ ਜਾ ਕੇ ਵਿਰਾਜਮਾਨ ਹੋ ਜਾਂਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਾਗ ਦੇ ਅੰਦਰ ਬੈਠੇ ਹੋਏ ਨੇ। ਉਸ ਵਕਤ ਭਾਈ ਮਰਦਾਨਾ ਜੀ ਜਿਹੜੇ ਬੜੇ ਪ੍ਰੇਮ ਦੇ ਨਾਲ ਸ਼ਬਦ ਗਾਇਨ ਕਰਨਾ ਸ਼ੁਰੂ ਕਰਦੇ ਹਨ। ਭਾਈ ਮਰਦਾਨਾ ਜੀ ਬੜੇ ਪ੍ਰੇਮ ਦੇ ਨਾਲ ਰਾਗ ਉਚਾਰਨ ਕਰਕੇ ਸ਼ਬਦ ਗਾ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਕਰਕੇ ਜਿਹੜਾ ਉਹ ਪਾਵਨ ਸ਼ਬਦ ਸਰਵਣ ਕਰ ਰਹੇ ਸਨ, ਔਰ ਇੱਦਾਂ ਕਰਕੇ ਜਿਹੜਾ ਉਹ ਸਮਾਂ ਉੱਥੇ ਬਤੀਤ ਹੁੰਦਾ ਪਿਆ ਸੀ। ਉਸ ਬਾਗ ਦੇ ਵਿੱਚ ਜੋ ਬਾਦਸ਼ਾਹ ਸੀ, ਬਾਦਸ਼ਾਹ ਦਾ ਇੱਕ ਹਾਥੀ ਜਿਹੜਾ ਸੀ ਉਸ ਬਾਗ ਦੇ ਵਿੱਚ ਆਣ ਕੇ ਮਰ ਜਾਂਦਾ ਹੈ। ਜਿਹੜਾ ਉਸ ਹਾਥੀ ਦਾ ਮੁਹਾਵਤ ਸੀ, ਮੁਹਾਵਤ ਦਾ ਭਾਵ ਹੁੰਦਾ ਜਿਹੜਾ ਚਲਾਉਣ ਵਾਲਾ, ਜਿਹੜਾ ਹਾਥੀ ਨੂੰ ਚਲਾਉਣ ਵਾਲਾ ਸੀ, ਉਹ ਮੁਹਾਵਤ ਉੱਚੀ ਉੱਚੀ ਰੋਣ ਲੱਗ ਪਿਆ। ਹਾਥੀ ਇੱਕ ਐਸੀ ਸਵਾਰੀ ਹੈ, ਉਹਦੇ ਉੱਪਰ ਬੈਠਣ ਵਾਲਾ ਕੋਈ ਹੋਰ ਹੁੰਦਾ ਹੈ, ਚਲਾਉਣ ਵਾਲਾ ਕੋਈ ਹੋਰ ਹੁੰਦਾ ਹੈ। ਉਹਨੂੰ ਮੁਹਾਵਤ ਚਲਾਉਂਦਾ ਹੈ। ਮੁਹਾਵਤ ਦੇ ਹੱਥ ਵਿੱਚ ਕੁੰਡਾ ਹੁੰਦਾ ਹੈ, ਉਹ ਲੋਹੇ ਦਾ ਬੜਾ ਭਾਰਾ ਹੁੰਦਾ ਹੈ। ਜਿਵੇਂ ਜਿਵੇਂ ਮੁਹਾਵਤ ਹਾਥੀ ਦੇ ਸਿਰ 'ਚ ਮਾਰਦਾ ਹੈ, ਉੱਦਾਂ ਉੱਦਾਂ ਹਾਥੀ ਜਿਹੜਾ ਚੱਲਦਾ ਹੈ। ਬੈਠਣ ਵਾਲਾ ਜਿਹੜਾ ਉੱਪਰ ਸਵਾਰੀ ਕਰਨ ਵਾਲਾ ਹੁਕਮ ਕਰਦਾ ਹੈ ਮੁਹਾਵਤ ਨੂੰ ਵੀ ਇੱਧਰ ਨੂੰ ਜਾਣਾ ਹੈ। ਇਤਿਹਾਸ ਆਖਦਾ ਵੀ ਇੱਕ ਵਾਰੀ ਦੇ ਜਿਹੜਾ ਨਾ ਸਭ ਤੋਂ ਵੱਧ ਭਾਰਤ ਦੇ ਉੱਪਰ ਹਮਲੇ ਕਰਨ ਵਾਲਾ ਅਹਿਮਦ ਸ਼ਾਹ ਅਬਦਾਲੀ, ਉਹਨੂੰ ਅਬਦਾਲੀ ਨੂੰ ਕਿਹਾ, ਬਾਦਸ਼ਾਹ ਸਲਾਮਤ ਤੁਸੀਂ ਨਾ ਹਾਥੀ ਦੇ ਉੱਪਰ ਚੜ੍ਹੋ।
ਕਹਿਣ ਲੱਗਿਆ ਵੀ ਹਾਥੀ ਦੇ ਉੱਪਰ ਚੜ੍ਹ ਜਾਣਾ, ਇਹ ਕਿਹੜੀ ਗੱਲ ਹੈ? ਕਹਿੰਦਾ ਵੀ ਹਾਥੀ ਨੂੰ ਚਲਾਊ ਕੌਣ? ਕਹਿੰਦਾ ਜੀ ਇਸ ਨੂੰ ਮਹਾਵਤ ਚਲਾਏਗਾ। ਕਹਿੰਦਾ ਮੈਂ ਨਹੀਂ ਚਲਾ ਸਕਦਾ। ਨਾਲ ਦੇ ਸਿਪਾਹ ਸਲਾਰਾਂ ਨੇ ਕਿਹਾ ਵੀ ਨਹੀਂ ਬਾਦਸ਼ਾਹ ਸਲਾਮਤ, ਤੁਹਾਡਾ ਕੰਮ ਬੈਠਣਾ ਹੈ, ਚਲਾਉਣਾ ਜਿਹੜਾ ਕੰਮ ਹੈ ਉਹ ਮਹਾਵਤ ਦਾ। ਤੇ ਅਹਿਮਦ ਸ਼ਾਹ ਅਬਦਾਲੀ ਕਹਿਣ ਲੱਗਿਆ, ਕਹਿੰਦਾ ਇਹੋ ਜਿਹੇ ਹਾਥੀ ਦੇ ਉੱਪਰ ਮੈਂ ਕਦੇ ਨਹੀਂ ਚੜ੍ਹਦਾ ਜਿਹਨੂੰ ਚਲਾਉਣਾ ਕਿਸੇ ਹੋਰ ਨੇ ਹੋਵੇ ਤੇ ਬੈਠਣਾ ਮੈਂ ਹੋਵੇ। ਮੈਂ ਉਸ ਦੇ ਉੱਪਰ ਸਵਾਰੀ ਕਰਨਾ ਜ਼ਿਆਦਾ ਪਸੰਦ ਕਰਾਂਗਾ ਜਿਹਦੀ ਲਗਾਮ ਮੇਰੇ ਹੱਥ ਵਿੱਚ ਹੋਵੇ, ਮੈਂ ਮਰਜ਼ੀ ਦੇ ਨਾਲ ਦੌੜਾ ਸਕਾਂ, ਮਰਜ਼ੀ ਦੇ ਨਾਲ ਰੋਕ ਸਕਾਂ, ਮਰਜ਼ੀ ਦੇ ਨਾਲ ਜਿੱਧਰ ਨੂੰ ਚਾਹਾਂ ਉਧਰ ਨੂੰ ਲਿਜਾ ਸਕਦਾ ਹੋਵਾਂ। ਕਹਿੰਦਾ ਮੇਰੇ ਵਾਸਤੇ ਘੋੜਾ ਹੀ ਚੰਗਾ ਹੈ, ਕਿਉਂਕਿ ਉਹ ਮੈਂ ਮਰਜ਼ੀ ਨਾਲ ਚਲਾਵਾਂਗਾ, ਹਾਥੀ ਨੂੰ ਮੈਂ ਮਰਜ਼ੀ ਨਾਲ ਨਹੀਂ ਚਲਾ ਸਕਦਾ। ਸਿੱਖ ਇਤਿਹਾਸ ਦੇ ਵਿੱਚ ਜਿੰਨੇ ਵੀ ਜੰਗ ਹੋਏ, ਜਿੰਨੇ ਵੀ ਯੁੱਧ ਹੋਏ, ਉਹਨਾਂ ਜੰਗਾਂ ਤੇ ਯੁੱਧਾਂ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਕਿਧਰੇ ਵੀ ਹਾਥੀ ਜਿਹੜਾ ਉਹ ਬਹੁਤਾ ਨਹੀਂ ਵਰਤਿਆ। ਕਿਤੇ ਕਿਤੇ ਭਾਵੇਂ ਕੋਈ ਸਿੱਖ ਜਰਨੈਲ ਹਾਥੀ ਤੇ ਬੈਠਾ ਹੋਵੇ, ਨਹੀਂ ਤਾਂ ਬਹੁਤੇ ਸਿੱਖ ਜਰਨੈਲ ਘੋੜਿਆਂ ਦੇ ਉੱਪਰ ਜਿਹੜਾ ਉਹ ਲੜਦੇ ਰਹੇ, ਕਿਉਂਕਿ ਹਾਥੀ ਜਦੋਂ ਅੱਗੋਂ ਗੋਲੀਆਂ ਚੱਲਦੀਆਂ ਤੇ ਪਛਾਣ ਨੂੰ ਦੌੜਦਾ ਹੈ। ਬਹੁਤੀ ਹਾਰ ਦਾ ਕਾਰਨ ਵੀ ਕਈ ਵਾਰ ਜੰਗ ਦੇ ਵਿੱਚ ਹਾਥੀ ਬਣ ਜਾਂਦਾ ਹੈ। ਉੱਥੇ ਬਾਦਸ਼ਾਹ ਦਾ ਹਾਥੀ ਜਿਹੜਾ ਉਹ ਮਰ ਗਿਆ ਹੈ। ਮਹਾਵਤ ਜਿਹੜਾ ਉੱਚੀ ਉੱਚੀ ਰੌਲਾ ਪਾਉਣ ਲੱਗਿਆ, ਰੋਣ ਲੱਗਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਾਰਾ ਕੁਝ ਵੇਖਦੇ ਪਏ ਸਨ। ਉਸ ਵਕਤ ਹਾਥੀ ਜਿਹੜਾ ਹੈ ਉੱਚੀ ਉੱਚੀ, ਕਿਉਂਕਿ ਉਹਦਾ ਹਾਥੀ ਮਰ ਜਾਣ ਕਰਕੇ ਮਹਾਵਤ ਜਿਹੜਾ ਹੈ ਉੱਚੀ ਉੱਚੀ ਪੁਕਾਰਾਂ ਕਰ ਲੱਗਦਾ ਹੈ, ਰੋਣ ਲੱਗਦਾ ਹੈ। ਉਸ ਵਕਤ ਵਿਰਲਾਪ ਕਰ ਰਿਹਾ ਸੀ, ਜਿਵੇਂ ਕਿਸੇ ਬੰਦੇ ਦਾ ਧਨ ਗੁਆਚ ਗਿਆ ਹੋਵੇ, ਉਹ ਜਿਵੇਂ ਰੋਂਦਾ ਏ, ਇੱਦਾਂ ਮਹਾਵਤ ਰੋ ਰਿਹਾ ਸੀ। ਉਹਦਾ ਹਾਥੀ ਜਿਹੜਾ ਉਹ ਮਰ ਚੁੱਕਾ ਹੈ। ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੱਕਿਆ ਏ, ਉਸ ਮਹਾਵਤ ਵੱਲ ਵੇਖਿਆ, ਉਹਨੂੰ ਰੋਂਦਿਆਂ ਵੇਖਿਆ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਨ ਅੰਦਰ ਦਇਆ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਕਿਸੇ ਨੂੰ ਰੋਂਦਿਆਂ ਵੇਖ ਨਹੀਂ ਸਕਦੇ। ਗੁਰੂ ਤੇ ਕਦੇ ਵੀ ਕਿਸੇ ਨੂੰ ਰੋਂਦਿਆਂ ਨਹੀਂ ਵੇਖ ਸਕਦਾ। ਗੁਰੂ ਤੇ ਸਦਾ ਹੀ ਹਸਾਉਣ ਵਾਸਤੇ ਆਇਆ ਹੈ, ਚੁੱਪ ਕਰਾਉਣ ਵਾਸਤੇ ਆਇਆ ਹੈ, ਮਾਨਵਤਾ ਦਾ ਕਲਿਆਣ ਕਰਨ ਵਾਸਤੇ ਆਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਆ ਵੀ ਤੇਰੇ ਤੇ ਕਿਹੜਾ ਐਸਾ ਕਸ਼ਟ ਪੈ ਗਿਆ ਹੈ ਜਿਹਦੇ ਕਰਕੇ ਤੂੰ ਇੱਦਾਂ ਰੋਂਦਾ ਪਿਆ ਹੈ। ਸਤਿਗੁਰੂ ਕਹਿਣ ਲੱਗੇ ਕਿ ਤੇਰੇ ਕੋਲੋਂ ਕਿਸੇ ਨੇ ਕੁਝ ਲੁੱਟ ਲਿਆ ਹੈ ਜਾਂ ਤੈਨੂੰ ਕਿਸੇ ਨੇ ਮਾਰਿਆ ਹੈ, ਕੀ ਕਾਰਨ ਹੈ ਤੂੰ ਇੰਨਾ ਉੱਚੀ ਉੱਚੀ ਜਿਹੜਾ ਉਹ ਰੋਂਦਾ ਪਿਆ ਹੈ। ਉਸ ਵਕਤ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕਹਿਣਾ, ਮਹਾਵਤ ਨੇ ਦੇਖਿਆ ਇਹ ਕੋਈ ਧਰਮੀ ਪੁਰਸ਼ ਹੈ, ਇਹ ਕੋਈ ਸੰਤ ਪੁਰਸ਼ ਹੈ। ਉਹਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੰਦਨਾ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਨਮਸਕਾਰ ਕਰਕੇ, ਹੱਥ ਜੋੜ ਕੇ, ਮਹਾਰਾਜ ਦੀ ਵਡਿਆਈ ਕਰਕੇ, ਫਿਰ ਮਹਾਵਤ ਜਿਹੜਾ ਬੋਲਦਾ ਹੈ, ਆਪਣਾ ਦੁੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦੱਸਦਾ ਹੈ। ਹੱਥ ਜੋੜ ਕੇ ਕਹਿਣ ਲੱਗਿਆ, ਕਹਿੰਦਾ ਮਹਾਂਪੁਰਸ਼ੋ, ਇਹ ਮੇਰਾ ਹਾਥੀ ਸੀ, ਰਾਜੇ ਦਾ, ਬਾਦਸ਼ਾਹ ਦਾ ਹਾਥੀ, ਇਹਦਾ ਮਹਾਵਤ ਮੈਂ ਸੀ। ਲੰਮੀ ਇੱਕ ਬਿਮਾਰੀ ਤੋਂ ਬਾਅਦ ਇਹ ਜਿਹੜਾ ਹਾਥੀ ਹੈ ਇਹ ਮਰ ਗਿਆ ਹੈ। ਇਹ ਸਭ ਤੋਂ ਵੱਡਾ ਮੈਨੂੰ ਜਿਹੜਾ ਦੁੱਖ ਇਸ ਗੱਲ ਦਾ ਲੱਗਿਆ ਹੈ। ਕਹਿੰਦੇ ਕਿ ਇਹਦਾ ਮੈਂ ਮਹਾਵਤ ਸੀ, ਇਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ। ਮੈਂ ਹਾਥੀ ਨੂੰ ਚਲਾਉਂਦਾ ਸੀ, ਇਹਦੇ ਨਾਲ ਮੇਰਾ ਪਰਿਵਾਰ ਜਿਹੜਾ ਪਲਦਾ ਸੀ, ਘਰ ਦਾ ਗੁਜ਼ਾਰਾ ਚੱਲਦਾ ਸੀ। ਸਤਿਗੁਰੂ ਦੇ ਅੱਗੇ ਹੱਥ ਜੋੜ ਕੇ ਮਹਾਵਤ ਕਹਿੰਦਾ ਵੀ ਹਾਥੀ ਮਰ ਗਿਆ, ਹੁਣ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਮੇਰਾ ਪਰਿਵਾਰ ਜਿਹੜਾ ਕਿਵੇਂ ਪਲੇਗਾ, ਮੈਨੂੰ ਇਸ ਗੱਲ ਦੀ ਚਿੰਤਾ ਜਿਹੜੀ ਉਹ ਸਤਾਉਂਦੀ ਪਈ ਹੈ। ਮਹਾਵਤ ਕਹਿਣ ਲੱਗਿਆ, ਹੋਰ ਕੋਈ ਮੈਨੂੰ ਧੰਦਾ ਵੀ ਨਹੀਂ ਕਰਨਾ ਆਉਂਦਾ, ਨਾ ਮੈਂ ਹੋਰ ਕੋਈ ਕੰਮ ਕਰ ਸਕਦਾ, ਮੈਨੂੰ ਤਾਂ ਇੱਕੋ ਹੀ ਕੰਮ ਆਉਂਦਾ ਸੀ, ਹਾਥੀ ਚਲਾਉਣਾ ਆਉਂਦਾ ਸੀ, ਤੇ ਉਹ ਮਰ ਗਿਆ ਹੈ, ਤੇ ਹੁਣ ਮੇਰਾ ਗੁਜ਼ਾਰਾ ਜਿਹੜਾ ਉਹ ਕਿਵੇਂ ਚੱਲੇਗਾ। ਮਹਾਵਤ ਆਖਦਾ ਕਹਿੰਦਾ ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ, ਸਤਿਗੁਰੂ
ਮੈਨੂੰ ਇਸੇ ਗੱਲ ਦਾ ਦੁੱਖ ਜਿਹੜਾ ਉਹ ਸਤਾਈ ਜਾ ਰਿਹਾ, ਇਸੇ ਦੁੱਖ ਦੇ ਕਰਕੇ ਮੈਂ ਜਿਹੜਾ ਵਿਆਕੁਲ ਹੋ ਕੇ ਰੋਂਦਾ ਪਿਆ ਹਾਂ। ਗੁਰ ਕਹੇ ਨ ਚਿੰਤ ਕਰ ਸਭ ਕੈ ਦੇ ਕਰਤਾਰ, ਜਿਤੇ ਬਹਾਨੇ ਜਗਤ ਕੇ ਕਰਨ ਕਾਰਨ ਇਕ ਧਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਚਿੰਤਾ ਨਾ ਕਰ, ਚਿੰਤਾ ਕਰਨੀ ਵੀ ਨਹੀਂ ਚਾਹੀਦੀ। ਕਰਤਾਰ ਸਾਰਿਆਂ ਨੂੰ ਰੋਜੀ ਦਿੰਦਾ ਹੈ, ਮਾਲਕ ਸਾਰਿਆਂ ਨੂੰ ਰੋਜੀ ਦਿੰਦਾ ਹੈ। ਕੋਈ ਨਾ ਕੋਈ ਜਿਹੜਾ ਧੰਦਾ ਕਰਦਾ ਹੈ, ਬੰਦਾ ਕੰਮ ਕਰਦਾ, ਉਹ ਕੇਵਲ ਇੱਕ ਬਹਾਨਾ ਹੁੰਦਾ ਹੈ। ਬਹਾਨਾ ਜਿਹੜਾ ਉਹ ਮਨੁੱਖ ਘੜਦਾ ਹੈ, ਤੇ ਕਰਤਾਰ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਰਿਜ਼ਕ ਜਿਹੜਾ ਉਹ ਦਿੰਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਇਹ ਜਿਹੜਾ ਹਾਥੀ ਹੈ, ਇਹ ਸਵੱਬ ਕਰਕੇ ਭਾਵੇਂ ਚੜ੍ਹਾਈ ਕਰ ਗਿਆ, ਤੈਨੂੰ ਰੋਣਾ ਨਹੀਂ ਚਾਹੀਦਾ। ਪ੍ਰਮਾਤਮਾ ਦਾ ਜਿਹੜਾ ਉਹ ਸਿਮਰਨ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪ੍ਰਮਾਤਮਾ ਦੇ ਹੱਥ ਵਿੱਚ ਤਾਕਤ ਹੈ, ਪ੍ਰਮਾਤਮਾ ਦੇ ਹੱਥ ਵਿੱਚ ਸ਼ਕਤੀ ਹੈ। ਪ੍ਰਮਾਤਮਾ ਹੀ ਮਾਰਦਾ ਹੈ, ਪ੍ਰਮਾਤਮਾ ਹੀ ਰੱਖਦਾ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਛ ਨਾਹੀ ਹਾਥ। ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਮਾਰਦਾ ਵੀ ਪ੍ਰਮਾਤਮਾ ਹੈ, ਜੀਵਨ ਵੀ ਪ੍ਰਮਾਤਮਾ ਦਿੰਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਦੇਖ, ਜੇ ਕਰਤਾਰ ਨੇ ਚਾਹਿਆ ਤੇ ਤੈਨੂੰ ਰੋਟੀ ਦੇਣ ਵਾਸਤੇ ਕੋਈ ਨਵਾਂ ਬਹਾਨਾ ਬਣ ਜਾਏਗਾ। ਪ੍ਰਮਾਤਮਾ ਨੇ ਤੈਨੂੰ ਰਿਜ਼ਕ ਦੇਣਾ, ਉਹ ਕਿਸੇ ਵੀ ਬਹਾਨੇ ਤੈਨੂੰ ਦੇ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪ੍ਰਮਾਤਮਾ ਤੈਨੂੰ ਅੱਗੇ ਵੀ ਰੋਜ਼ ਭੋਜਨ ਦਿੰਦਾ ਹੈ, ਪ੍ਰਮਾਤਮਾ ਹੁਣ ਵੀ ਤੈਨੂੰ ਭੋਜਨ ਦੇਗਾ। ਇਸ ਕਰਕੇ ਜਿਹੜਾ ਤੂੰ ਚਿੰਤਾ ਨੂੰ ਛੱਡ ਦੇ ਤੇ ਪ੍ਰਮਾਤਮਾ ਨੂੰ ਯਾਦ ਕਰਨਾ ਕਰ। ਜਦੋਂ ਮਹਾਰਾਜ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਮਹਾਵਤ ਨੇ ਜਾਣ ਲਿਆ ਵੀ ਇਹ ਕੋਈ ਆਮ ਪੁਰਸ਼ ਨਹੀਂ ਹੈ, ਇਹ ਰੱਬ ਦਾ ਪਿਆਰਾ, ਇਹ ਧਰਮੀ ਪੁਰਸ਼ ਹੈ। ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ। ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਦੇ ਅੱਗੇ, ਕਹਿਣ ਲੱਗਾ ਮੇਰੇ ਮਨ ਨੂੰ ਇੱਦਾਂ ਚੈਨ ਨਹੀਂ ਆ ਸਕਦਾ, ਮੇਰੇ ਮਨ ਨੂੰ ਇੱਦਾਂ ਧੀਰਜ ਜਿਹੜਾ ਉਹ ਨਹੀਂ ਆ ਸਕਦਾ ਹੈ। ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਤੇ ਬੇਪਰਵਾਹ ਬੰਦੇ ਹੋ, ਕਿਉਂਕਿ ਤੁਸੀਂ ਧਰਮੀ ਪੁਰਸ਼ ਹੋ, ਤੁਸੀਂ ਰੱਬੀ ਪੁਰਸ਼ ਹੋ, ਤੇ ਇੱਕ ਸਾਧੂ ਪੁਰਸ਼ ਨੂੰ ਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ, ਤੁਸੀਂ ਤੋਂ ਬੇਪਰਵਾਹ। ਮੈਂ ਹਾਂ ਪਰਿਵਾਰਕ ਮਨੁੱਖ, ਪਰਿਵਾਰ ਦੇ ਵਿੱਚ ਰਹਿਣ ਵਾਲਾ, ਇਸ ਕਰਕੇ ਮੈਨੂੰ ਇੰਨੀ ਛੇਤੀ ਤੁਹਾਡੇ ਕਹੇ ਬਚਨਾਂ ਦੇ ਨਾਲ ਧੀਰਜ ਜਿਹੜਾ ਉਹ ਨਹੀਂ ਆ ਸਕਦਾ ਹੈ। ਮਹਾਵਤ ਕਹਿਣ ਲੱਗੇ, ਕਹਿੰਦੇ ਜਿਵੇਂ ਮੈਂ ਬਾਦਸ਼ਾਹ ਦਾ ਨੌਕਰ ਸੀ, ਇੱਦਾਂ ਹੀ ਤੁਸੀਂ ਜਿਹੜੇ ਖੁਦਾ ਦੇ ਸੇਵਕ ਹੋ, ਪਰਮਾਤਮਾ ਦੇ ਸੇਵਕ ਹੋ। ਅਸੀਂ ਦੁਨਿਆਵੀ ਤੌਰ 'ਤੇ ਬਾਦਸ਼ਾਹ ਦੇ ਨੌਕਰ ਹਾਂ, ਤੁਸੀਂ ਸ਼ਹਿਨਸ਼ਾਹ ਪਾਤਸ਼ਾਹ ਪਰਮਾਤਮਾ ਜਿਹੜਾ ਹੈ ਉਹਦੇ ਤੁਸੀਂ ਸੇਵਕ ਹੋ। ਮਹਾਵਤ ਕਹਿੰਦਾ ਜੇ ਸਾਡੇ ਕੰਮ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਆ ਜੇ, ਸਾਨੂੰ ਕਿਸੇ ਤਰ੍ਹਾਂ ਦੀ ਲੋੜ ਪਏ, ਅਸੀਂ ਆਪਣੀ ਫਰਿਆਦ ਜਾ ਕੇ, ਬੇਨਤੀ ਜਾ ਕੇ ਬਾਦਸ਼ਾਹ ਦੇ ਅੱਗੇ ਕਰਦੇ ਹਾਂ। ਉਹ ਮਹਾਵਤ ਕਹਿਣ ਲੱਗਿਆ, ਬਾਦਸ਼ਾਹ ਦੇ ਅੱਗੇ ਜਦੋਂ ਬੇਨਤੀ ਕਰੀਦੀ ਹੈ ਤੇ ਬਾਦਸ਼ਾਹ ਜਿਹੜਾ ਉਹ ਸਾਡੀ ਗੱਲ ਨੂੰ ਉਸੇ ਵੇਲੇ ਮੰਨ ਕੇ ਸਾਡੀ ਮੁਸ਼ਕਲ ਨੂੰ ਹੱਲ ਕਰ ਦਿੰਦਾ ਹੈ। ਕਹਿਣ ਲੱਗਿਆ ਇਸੇ ਤਰ੍ਹਾਂ ਦੇ ਨਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਮਾਲਕ ਦੇ ਪਰਮਾਤਮਾ ਦੇ ਖੁਦਾ ਦੇ ਨੌਕਰ ਹੋ, ਤੇ ਕਿਰਪਾ ਕਰੋ ਜਿਵੇਂ ਅਸੀਂ ਬਾਦਸ਼ਾਹ ਦੇ ਅੱਗੇ ਫਰਿਆਦ ਕਰਦੇ ਹਾਂ, ਤੁਸੀਂ ਆਪਣੇ ਖੁਦਾ ਮਾਲਕ ਦੇ ਅੱਗੇ ਬੇਨਤੀ ਕਰਕੇ ਮੇਰੇ ਇਸ ਹਾਥੀ ਨੂੰ ਠੀਕ ਕਰ ਦੇਣਾ ਕਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਿਆ, ਸੰਤ ਜੀ ਮੇਰੇ ਉੱਪਰ ਇਹ ਪਾਰੇ ਉਪਕਾਰ ਕਰ ਦਿਓ, ਮੇਰਾ ਇਹ ਭਲਾ ਕਰ ਦਿਓ। ਤੁਹਾਡਾ ਬਚਨ ਕਦੇ ਵੀ ਖੁਦਾ ਜਿਹੜਾ ਉਹ ਮੋੜ ਨਹੀਂ ਸਕਦਾ, ਤੁਹਾਡਾ ਸਾਰਾ ਬਚਨ ਮੰਨ ਲਵੇਗਾ। ਮਹਾਵਤ ਕਹਿੰਦਾ ਸੰਤਾਂ ਦਾ ਕੰਮ ਹੁੰਦਾ ਏ ਦੁਖੀ ਜਨਤਾ ਨੂੰ ਸੁੱਖ ਦੇਣਾ, ਤੇ ਜੇ ਕੋਈ ਦੁਖੀ ਹੈ ਉਹਨੂੰ ਦੁਖੀ ਤੋਂ ਰੋਕ ਕੇ ਸੁੱਖ ਵਾਲੇ ਪਾਸੇ ਪ੍ਰੇਰਿਤ ਕਰਨਾ। ਮੇਰੇ ਤੇ ਦਇਆ ਕਰਕੇ ਮੈਨੂੰ ਵੀ ਜਿਹੜਾ ਸੁੱਖ ਦੇਣਾ ਕਰੋ।
ਵਰਤਾਏ। ਬਾਰ-ਬਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦਾ ਏ, ਬਾਰ-ਬਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਮੱਥੇ ਟੇਕਦਾ ਏ, ਨੱਕ ਰਗੜਦਾ ਏ, ਬੇਨਤੀਆਂ ਕਰਦਾ ਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਸ ਦਾ ਦੁੱਖ ਵੇਖ ਕੇ ਪ੍ਰਸੰਨ ਹੋ ਜਾਂਦੇ ਹਨ। ਕਿਰਪਾ ਕੇ ਗੁਣੀ ਗਹੀਰ ਅਨੋ ਇਕਟਾ ਭਰਨੀਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਆ ਫਿਰ ਪਾਣੀ ਦਾ ਘੜਾ ਲੈ, ਇਸ ਨੂੰ ਘੜੇ ਨੂੰ ਜਿਹੜਾ ਭਰ ਕੇ ਲਿਆਉਣਾ ਕਰ, ਪਾਣੀ ਦੇ ਨਾਲ ਭਰ ਲੈਣਾ ਕਰ। ਜੋ ਬੇਗਤੀ ਭਾਰ ਕਰ ਅੰਨਾ ਵਰਦਾਨੇ ਸੋ ਵਜਨ ਬਖਾਨਾ। ਉਸ ਮਹਾਵਤ ਨੇ ਉਸੇ ਵੇਲੇ ਘੜਾ ਜਿਹੜਾ ਪਕੜਿਆ ਤੇ ਪਾਣੀ ਦੇ ਨਾਲ ਭਰ ਕੇ ਲਿਆਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਤੇ ਉਹ ਘੜਾ ਜਿਹੜਾ ਭਾਈ ਮਰਦਾਨਾ ਜੀ ਨੇ ਆਪਣੇ ਹੱਥ ਵਿੱਚ ਪਕੜ ਲਿਆ ਹੈ। ਸਤਨਾਮ ਕੇ ਘਾਟ ਲੀਜੇ ਮ੍ਰਿਤ ਮਤਨ ਪਰ ਸ਼ਿਸ਼ਰਮ ਕੀਜੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਲੈ ਇਸ ਘੜੇ ਨੂੰ ਤੇ ਇਹ ਪਾਣੀ ਜਿਹੜਾ ਫਿਰ ਇਸ ਹਾਥੀ ਦੇ ਉੱਪਰ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉੱਪਰ ਛਿੜਕ ਦੇਣਾ ਕਰ। ਆਰਿਸ ਪਾਏ ਕਟਾ ਕਰ ਲਿਓ ਕੁੰਚਨ ਕੀ ਸਵੀਤ ਕਰ ਗਇਓ। ਭਾਈ ਮਰਦਾਨਾ ਜੀ ਨੇ ਉਹ ਘੜਾ ਆਪਣੇ ਹੱਥ ਵਿੱਚ ਪਕੜ ਲਿਆ ਤੇ ਹੱਥ ਵਿੱਚ ਪਕੜ ਕੇ ਹਾਥੀ ਦੇ ਕੋਲ ਚਲੇ ਜਾਂਦੇ ਹਨ। ਵਾਹਿਗੁਰੂ ਕਾ ਸ਼ਿਰਕਾ ਦੀਨੋ ਵਾਹਿ ਸ੍ਰੀ ਕੋ ਭੇਮਨ ਕੀਨੋ। ਭਾਈ ਮਰਦਾਨਾ ਜੀ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਸਾਰੇ ਹਾਥੀ ਦੇ ਉੱਪਰ ਛਿੜਕਾ ਕਰ ਦਿੱਤਾ ਹੈ, ਸਾਰੇ ਹਾਥੀ ਨੂੰ ਜਿਹੜਾ ਭਿਉਂ ਦੇਣਾ ਕੀਤਾ ਹੈ। ਰਾਮ ਭਰੇ ਜੀਵ ਕੋ ਤਤਕਾਲ ਪਿਓ ਮਹਾਵਤ ਹਰਕ ਵਿਸਾਲ। ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਕਿਰਪਾ ਦ੍ਰਿਸ਼ਟੀ ਹੋਈ ਕਿ ਉਹ ਹਾਥੀ ਜਿਹੜਾ ਉੱਠ ਕੇ ਖੜਾ ਹੋ ਜਾਂਦਾ ਹੈ ਤੇ ਖੜਾ ਹੋ ਜਾਂਦਾ ਤੇ ਮਹਾਵਤ ਜਿਹੜਾ ਹੈ ਉਹ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ। ਬਾਰ-ਬਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰ ਰਿਹਾ ਸੀ, ਬਾਰ-ਬਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੰਦਨਾ ਕਰ ਰਿਹਾ ਸੀ। ਉਹਨੇ ਸਾਰੇ ਸ਼ਹਿਰ ਦੇ ਵਿੱਚ ਜਾ ਕੇ ਰੌਲਾ ਪਾਉਣਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਹਨ ਉਹ ਬੜੇ ਕਲਾਵਾਨ ਹਨ, ਉਹ ਬੜੇ ਦਿਆਲੂ ਤੇ ਕਿਰਪਾਲੂ ਸੁਭਾਅ ਦੇ ਮਾਲਕ ਹਨ। ਉਹਨੇ ਸਾਰੇ ਪਾਸੇ ਰੌਲਾ ਪਾ ਦਿੱਤਾ ਕਿ ਇਹ ਫਕੀਰ ਜਿਹੜਾ ਇਹ ਖੁਦਾ ਦਾ ਰੂਪ ਹੈ, ਇਹ ਰੱਬ ਦਾ ਰੂਪ ਹੈ, ਨੇ ਕਿਰਪਾ ਕਰਕੇ ਮੇਰੇ ਹਾਥੀ ਨੂੰ ਠੀਕ ਕਰ ਦਿੱਤਾ ਹੈ। ਜਿਹੜਾ ਮਹਾਵਤ ਦੀ ਗੱਲ ਸੁਣਦਾ ਏ ਉਸੇ ਵੇਲੇ ਦੌੜਿਆ ਆਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਉਸ ਵੇਲੇ ਬਾਦਸ਼ਾਹ ਤੇ ਨਾਲ ਹੀ ਬਾਦਸ਼ਾਹ ਦਾ ਕਾਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਚੱਲ ਕੇ ਆ ਜਾਂਦੇ ਹਨ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਣ ਕੇ ਨਮਸਕਾਰ ਕਰਕੇ ਕਾਜੀ ਤੇ ਬਾਦਸ਼ਾਹ ਬੈਠ ਜਾਂਦੇ ਹੈ। ਕਾਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਚਨ ਕਰਨੇ ਭਾਵ ਗੱਲਾਂ ਕਰਨੀਆਂ ਸ਼ੁਰੂ ਕਰਦਾ ਹੈ। ਕਾਜੀ ਆਖਦਾ ਹੈ, ਕਹਿੰਦਾ ਇਹ ਜਿਹੜਾ ਸਾਡਾ ਮਹਾਵਤ ਹੈ ਇਹਦਾ ਹਾਥੀ ਜਿਹੜਾ ਲੰਮੇ ਸਮੇਂ ਤੋਂ ਬਿਮਾਰ ਸੀ, ਬਿਮਾਰ ਤੋਂ ਬਾਅਦ ਚੜ੍ਹਾਈ ਕਰ ਗਿਆ, ਸੁਣਿਆ ਕਿ ਇਸ ਹਾਥੀ ਨੂੰ ਤੁਸੀਂ ਠੀਕ ਕੀਤਾ ਹੈ। ਕਾਜੀ ਕਹਿਣ ਲੱਗਿਆ ਕਿ ਇਹ ਹਾਥੀ ਨੂੰ ਠੀਕ ਕਰਨ ਵਾਲੀ ਸਿਫਤ ਜਿਹੜੀ ਹੈ ਨਾ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ ਹੈ, ਇਸੇ ਕਰਕੇ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਾਜ਼ੀ ਦੀ ਗੱਲ ਨੂੰ ਸੁਣਿਆ ਤੇ ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਹਲੀਮੀ ਦੇ ਨਾਲ ਪਿਆਰ ਦੇ ਨਾਲ ਅੱਗੋਂ ਬਚਨ ਆਖੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਜੀ ਅਸੀਂ ਕੌਣ ਹੁੰਦੇ ਹਾਂ ਕਿਸੇ ਚੀਜ਼ ਨੂੰ ਜਵਾਲ ਦੇਣ ਵਾਲੇ, ਜਵਾਲਣ ਵਾਲਾ ਮਾਰਨ ਵਾਲਾ ਖੁਦਾ ਆਪ ਹੈ, ਰੱਬ ਆਪ ਹੈ, ਰੱਬ ਹੀ ਮਾਰਦਾ ਹੈ, ਰੱਬ ਹੀ ਜਵਾਲਦਾ ਹੈ, ਸਾਡੇ ਵਿੱਚ ਕੋਈ ਤਾਕਤ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਸ਼ਕਤੀ ਕੇਵਲ ਪਰਮੇਸ਼ਰ ਦੇ ਵਿੱਚ ਹੈ, ਰੱਬ ਦੇ ਵਿੱਚ ਹੈ, ਰੱਬ ਦੇ ਵਿੱਚ ਸਾਰੀਆਂ ਤਾਕਤਾਂ ਨੇ, ਉਹ ਸਾਰੀਆਂ ਤਾਕਤਾਂ ਆਪਣੇ ਕੋਲ ਰੱਖਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਖੜਾ ਕਾਜੀ ਕਹਿਣ ਲੱਗਾ, ਕਹਿੰਦਾ ਅਸੀਂ ਤੁਹਾਡੀ ਸ਼ਕਤੀ ਵੇਖਣੀ ਚਾਹੁੰਦੇ ਹਾਂ ਤੇ ਇਦਾਂ ਹੈ ਕਿ ਤੁਸੀਂ ਸਾਨੂੰ ਸ਼ਕਤੀ ਵਿਖਾ ਲਓ, ਹੁਣ ਕਹੋ ਤੇ ਹਾਥੀ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਮਰ ਜਾਣਾ ਕਰੇ।
ਕਹਿਣ ਲੱਗਾ ਕਾਜੀ ਕਹਿੰਦਾ ਇਹ ਗੁਰੂ ਨਾਨਕ ਸਾਹਿਬ ਨੂੰ, ਜੇ ਤੁਸੀਂ ਕਹੋ ਤੁਹਾਡੇ ਕਹਿਣ ਤੇ ਹਾਥੀ ਮਰ ਜੇ ਤੇ ਅਸੀਂ ਸਮਝ ਲਾਂਗੇ ਤੁਸੀਂ ਬੜੇ ਸ਼ਕਤੀਵਾਨ ਬੰਦੇ ਹੋ। ਬੋਲੇ ਸਹਿ ਸੁਭਾਏ ਜੋ ਬਧਾਏ ਕੀ ਹੋਏ ਰਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਮੈਂ ਨਹੀਂ ਕਹਿ ਸਕਦਾ ਕਿ ਹਾਥੀ ਮਰ ਜਾਣਾ ਕਰੇ, ਪਰ ਪਰਮੇਸ਼ਰ ਦੀ ਜੋ ਰਜਾ ਹੋਏਗੀ, ਪਰਮੇਸ਼ਰ ਦੀ ਰਜਾ ਦੇ ਅਨੁਸਾਰ ਸਾਰਾ ਕੁਝ ਆਪੇ ਹੋਣਾ ਕਰੇਗਾ। ਹਾਥੀ ਕੁੰਚਰ ਗਿਓ ਹੋਰੀ ਪਰਿਓ ਮਿਰਤ ਹੋਏ ਤਿਸੀ ਠੌਰੀ। ਤੇ ਉਸ ਵਕਤ ਕਿਹਾ ਜਾਂਦਾ ਹੈ ਕਿ ਜਿਹੜਾ ਹਾਥੀ ਹੈ ਉਸੇ ਵੇਲੇ ਦੁਬਾਰਾ ਤੋਂ ਫਿਰ ਧਰਤੀ ਦੇ ਉੱਪਰ ਡਿੱਗ ਜਾਂਦਾ ਹੈ। ਬਾਦਸ਼ਾਹ ਕੇ ਬੈਠਿਓ ਤੀਰ ਹੁਤੋ ਨਿਜ਼ਾਮ ਦੀ ਇੱਕ ਪੀਰ। ਬਾਦਸ਼ਾਹ ਦੇ ਕੋਲ ਇੱਕ ਫਕੀਰ ਬੈਠਾ ਸੀ ਜਿਹਦਾ ਨਾਂ ਸੀ ਨਿਜ਼ਾਮੁਦੀਨ। ਨਿਜ਼ਾਮੁਦੀਨ ਜਿਹੜਾ ਕੋਲ ਬੈਠਾ ਹੋਇਆ ਸੀ ਉਹ ਤੁਰੰਤ ਉੱਠ ਕੇ ਬੋਲ ਉੱਠਦਾ ਹੈ, ਭਾਵ ਆਖਦਾ ਹੈ। ਕਾਜੀ ਸੋ ਬਚਨ ਉਚਾਰੇ ਖੁਦਾ ਹੈ ਰਤਨ ਧਾਰੇ। ਉਹ ਨਿਜ਼ਾਮੁਦੀਨ ਪੀਰ ਆਖਦਾ, ਕਹਿੰਦਾ ਇਹ ਕੋਈ ਫਕੀਰ ਨਹੀਂ ਹੈ, ਇਹ ਤੇ ਰੱਬ ਦਾ ਰੂਪ ਹੈ, ਇਹ ਤੇ ਖੁਦਾ ਦਾ ਪ੍ਰਤੱਖ ਰੂਪ ਜਿਹੜਾ ਉਹ ਨਜ਼ਰ ਆ ਰਿਹਾ ਹੈ। ਬਚਨ ਵਿਫਲ ਤੇ ਕੋਨੇ ਸੋ ਸ਼ਬਦਾਂ ਤੋਂ ਤੁਕ ਲਗੇ ਨਾ ਕੋਈ। ਕਹਿੰਦਾ ਇਸ ਫਕੀਰ ਦੇ ਮੂੰਹ ਵਿੱਚੋਂ ਇੱਕ ਵੀ ਨਿਕਲਿਆ ਹੋਇਆ ਲਫ਼ਜ਼ ਜਿਹੜਾ ਸ਼ਬਦ ਹੈ ਉਹ ਵਿਅਰਥ ਨਹੀਂ ਜਾਂਦਾ। ਜੋ ਇਹ ਫਕੀਰ ਆਪਣੇ ਮੂੰਹ ਤੋਂ ਕਹਿੰਦਾ ਉਹ ਸੱਚ ਹੋ ਜਾਂਦਾ ਹੈ। ਇਸ ਕਰਕੇ ਸ਼ਰਧਾ ਧਾਰਨ ਕਰਕੇ ਇਹਦੇ ਚਰਨਾਂ ਦੇ ਉੱਪਰ ਨਮਸਕਾਰ ਕਰਨੀ ਚਾਹੀਦੀ ਹੈ। ਕਾਜੀ ਕੇ ਦਿਓ ਜਵਾਏ ਤੋ ਜਾਣੇ ਮੈਂ ਆਪ ਖੁਦਾਏ। ਫਿਰ ਕਾਜ਼ੀ ਕਹਿਣ ਲੱਗਿਆ, ਕਹਿੰਦਾ ਵੀ ਇਦਾਂ ਕਰੋ, ਹੁਣ ਇਸ ਹਾਥੀ ਨੂੰ ਜਿਹੜਾ ਉਹ ਜਵਾਲ ਦੇਣਾ ਕਰੋ ਤੇ ਮੈਂ ਤੁਹਾਨੂੰ ਰੱਬ ਦਾ ਰੂਪ ਮੰਨ ਲਵਾਂਗਾ। ਸੋਨੋ ਗੁਰੇ ਸੁਬੈਨ ਚਾਰੇ ਸੰਤ ਬਜਨ ਕੇ ਦਿਓ ਮਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਹੇ ਹਨ, ਕਾਜ਼ੀ ਨੂੰ ਉਪਦੇਸ਼ ਦੇਣਾ ਜਿਹੜਾ ਉਹ ਆਰੰਭ ਕੀਤਾ ਹੈ। ਕਿ ਕੋਈ ਨ ਸਕੇ ਜਵਾਏ ਮੇਟੀ ਜਾਏ ਨ ਕਬੀਰ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਰੱਬ ਦੀ ਰਜ਼ਾ ਨੂੰ ਕੋਈ ਮੇਟ ਸਕਦਾ ਹੈ? ਇਹਨੂੰ ਹੁਣ ਕੌਣ ਜਵਾਲੇ? ਇਹਨੂੰ ਕੋਈ ਨਹੀਂ ਜਵਾਲ ਸਕਦਾ, ਇਹ ਰੱਬ ਦੀ ਰਜ਼ਾ ਹੈ। ਈਸ਼ਰ ਆਇਸ ਸੰਤ ਹਟਾਵੇ ਸੰਤ ਕਹੇ ਸੋ ਕੌਣ ਹਟਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਦੇ ਕਹੇ ਬਚਨਾਂ ਨੂੰ, ਰੱਬ ਦੇ ਕਹੇ ਬਚਨਾਂ ਨੂੰ ਸੰਤ ਟਾਲ ਸਕਦਾ ਹੈ, ਪਰ ਸੰਤ ਦੇ ਕਹੇ ਬਚਨ ਜਿਹੜੇ ਆ ਉਹ ਕੋਈ ਵੀ ਟਾਲ ਨਹੀਂ ਸਕਦਾ। ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਕਿਹਾ, ਮੇਰੀ ਬਾਂਦੀ ਭਗਤ ਛਡਾਏ, ਬਾਂਦੀ ਭਗਤ ਨਾ ਛੂਟੈ ਮੋਹੇ। ਸਤਿਗੁਰੂ ਕਹਿੰਦੇ ਨੇ ਪਾਵਨ ਗੁਰਬਾਣੀ ਦਾ ਫੈਸਲਾ ਹੈ ਕਿ ਰੱਬ ਦਾ ਕਿਹਾ ਹੋਇਆ ਬਚਨ ਭਗਤ ਜਨ ਜਿਹੜੇ ਆ ਉਹ ਟਾਲ ਸਕਦੇ ਆ, ਪਰ ਭਗਤਾਂ ਦਾ ਕਿਹਾ ਬਚਨ ਰੱਬ ਕਦੇ ਵੀ ਨਹੀਂ ਟਾਲਦਾ। ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਦੇ ਵਿੱਚ ਗਏ, ਉੱਥੇ ਜਾ ਕੇ ਬੇਨਤੀਆਂ ਕਰਦਾ ਬਾਰ-ਬਾਰ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਦਿਓ, ਮੇਰਾ ਆਵਾ ਪੱਕਾ ਨਿਕਲ ਆਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਕਰਦੇ ਸੰਗਤ ਦੇ ਸਮੇਤ। ਬਾਹਰ ਖੜਾ ਇੱਕ ਸਿੱਖ ਕਹਿੰਦਾ ਨਹੀਂ, ਇਹਨੇ ਇੱਕ ਸਿੱਖ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਸਤਿਗੁਰੂ ਇਹਦਾ ਆਵਾ ਕੱਚਾ ਨਿਕਲੇਗਾ। ਆਵੇ ਨੂੰ ਖੋਲਿਆ ਗਿਆ, ਖੋਲਣ ਤੋਂ ਬਾਅਦ ਕੱਚਾ ਨਿਕਲਿਆ। ਸਿੱਖ ਨੇ ਆਣ ਕੇ ਬੇਨਤੀ ਕਰਕੇ ਕਿਹਾ, ਮਹਾਰਾਜ ਤੁਸੀਂ ਅਰਦਾਸ ਕੀਤੀ ਹੋਵੇ ਆਵਾ ਫਿਰ ਵੀ ਕੱਚਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਕੋਈ ਘਟਨਾ ਵਾਪਰੀ ਸੀ? ਕਹਿੰਦਾ ਹਾਂ, ਇੱਕ ਪਾਟੇ ਜਿਹੇ ਕੱਪੜੇ ਪਾਏ ਗਰੀਬੜਾ ਜਿਹਾ ਬੰਦਾ ਆਇਆ ਸੀ, ਉਹਨੇ ਕਿਹਾ ਸੀ ਕਿ ਆਵਾ ਕੱਚਾ ਨਿਕਲਣਾ ਚਾਹੀਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਫਿਰ ਹਾਂ, ਸਾਡਾ ਕਿਹਾ ਹੋਇਆ ਬਚਨ ਸਿੱਖ ਤੇ ਮੋੜ ਸਕਦਾ ਹੈ, ਪਰ ਸਿੱਖ ਦਾ ਕਿਹਾ ਬਚਨ ਅਸੀਂ ਨਹੀਂ ਮੋੜ ਸਕਦੇ। ਆਵਾ ਤੇ ਹੁਣ ਕੱਚਾ ਹੀ ਰਹੇਗਾ, ਪਰ ਕੋਈ ਗੱਲ ਨਹੀਂ, ਇਹ ਵੇਖ ਹੁਣ ਪੱਕਿਆਂ ਦੇ ਪਾ ਜਾਏਗਾ। ਲਾਹੌਰ ਦੇ ਵਿੱਚ ਕਾਲ ਪੈ ਜਾਂਦਾ ਤੇ ਕਾਲ ਪੈਣ ਤੋਂ ਬਾਅਦ ਉਹ ਆਵਾ ਜਿਹੜਾ ਉਹ ਪੱਕਿਆਂ ਦੇ ਭਾਅ ਵਿਕ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਦੇਖੋ, ਰੱਬ ਜਿਹੜਾ ਹੈ, ਪਰਮੇਸ਼ਰ ਜਿਹੜਾ ਹੈ, ਉਹਦਾ ਹੁਕਮ ਸੰਤ ਜਨ ਜਿਹੜੇ ਉਹ ਟਾਲ ਸਕਦੇ, ਪਰ ਸੰਤ ਦਾ ਕਿਹਾ ਹੁਕਮ ਪਰਮਾਤਮਾ ਜਿਹੜਾ ਉਹ ਕਦੇ ਵੀ ਟਾਲ ਨਹੀਂ ਸਕਦਾ। ਐਸੇ ਜਗਿੰਦਾ ਪਿਓ ਮਾਇਆ ਸੰਗ ਭੁਲਾਏ, ਸਤਿਗੁਰ ਬਚਨ ਸੁਚੇਤ ਕਰ ਦੇਵੋ ਨਾਮ ਦੜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਸੰਸਾਰ ਦੇ ਵਿੱਚ ਆਣ ਕੇ ਮਨੁੱਖ ਮਾਇਆ ਦੇ ਵਿੱਚ ਗੁਲਤਾਨ ਹੋ ਕੇ ਅੰਨਾ ਹੋ ਜਾਂਦਾ ਹੈ, ਤੇ ਸੰਤ ਦਾ ਗੁਰੂ ਦਾ ਕੰਮ ਹੁੰਦਾ ਹੈ ਉਹਨੂੰ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਲ ਦੁਬਾਰਾ ਤੋਂ ਜੋੜ ਦੇਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਗੁਰੂ ਜਿਹਨੂੰ ਉਪਦੇਸ਼ ਦਿੰਦਾ ਹੈ ਨਾ, ਉਪਦੇਸ਼ ਦੇ ਕੇ ਉਹਨੂੰ ਮੁਕਤੀ ਦੇ ਦਿੰਦਾ ਹੈ, ਮੁਕਤੀ ਦੀ ਦਾਤ ਉਹਨੂੰ ਬਖਸ਼ਿਸ਼ ਕਰ ਦਿੰਦਾ ਹੈ। ਜਿਵੇਂ ਫਿਰ ਅੰਬਰੀਕ ਜਿਹੜਾ ਇੱਕ ਭਗਤ ਸੀ, ਦੁਰਵਾਸਾ ਇੱਕ ਬੜਾ ਵੱਡਾ ਰਿਸ਼ੀ ਸੀ। ਦੁਰਵਾਸਾ ਨੂੰ ਹੰਕਾਰ ਹੋ ਗਿਆ ਵੀ ਮੇਰੇ ਅੱਗੇ ਕੌਣ ਹੈ, ਪਰ ਉਹਦਾ ਹੰਕਾਰ ਆਖਰ ਟੁੱਟਿਆ, ਉਹਨੂੰ ਫਿਰ ਅੰਬਰੀਕ ਭਗਤ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗਣਾ ਪਿਆ ਸੀ। ਇਵੇਂ ਕਰਕੇ ਜਿਵੇਂ
ਪਰਮਾਤਮਾ ਜਿਹੜਾ ਹੈ ਉਹ ਸੰਤ ਦੀ ਕਈ ਗੱਲ ਨੂੰ ਜਿਹੜਾ ਉਹ ਟਾਲਦਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਉਪਦੇਸ਼ ਉਸ ਵਕਤ ਕਾਜੀ ਨੂੰ ਦਿੰਦੇ ਪਏ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਦਾਹਰਨ ਦੇ ਕੇ ਕਿਹਾ ਵੀ ਜਿਵੇਂ ਦੁਰਵਾਸਾ ਨੂੰ ਦੁਬਾਰਾ ਤੋਂ ਮੁੜ ਕੇ ਫਿਰ ਅਮਰੀਕ ਭਗਤ ਦੀ ਸ਼ਰਨ ਦੇ ਵਿੱਚ ਆਣ ਕੇ ਉੱਥੇ ਆਣ ਕੇ ਆਪਣਾ ਬਚਾਅ ਕਰਨਾ ਪਿਆ ਸੀ। ਜਗ ਜਗਤ ਚੱਕਰ ਤੇ ਤਾਈ ਵਾਰਾ ਤਿਉ ਸੰਤਨ ਕੀ ਸਿਫਤੇ ਵਾਰਾ। ਜਿਵੇਂ ਉਹ ਸ਼ਰਦਰਸ਼ਨ ਚੱਕਰ ਤੋਂ ਬਚਣ ਵਾਸਤੇ ਅਮਰੀਕ ਦੀ ਸ਼ਰਨ ਵਿੱਚ ਆਇਆ, ਇਦਾਂ ਹੀ ਜਿਹੜੇ ਸੰਤ ਪਿਆਰੇ ਹਨ, ਰੱਬ ਦੇ ਭਗਤ ਹਨ, ਉਹ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦੀ ਸ਼ਰਨ ਦੇ ਵਿੱਚ ਆਉਣਾ ਚਾਹੀਦਾ ਹੈ। ਅਨੇਕ ਅੰਕਾਰ ਜੋ ਸੰਤ ਸੁਦੀਤ ਹਟਾਏ, ਸੰਤਨ ਕੀ ਜੋ ਬਚਨ ਹੈ ਕੋਈ ਨ ਸਕੇ ਮਿਟਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਾਜੀ ਨੂੰ ਸਮਝਾ ਰਹੇ ਸਨ, ਪਰਮਾਤਮਾ ਦਾ ਕਿਹਾ ਬਚਨ, ਰੱਬ ਦਾ ਪਿਆਰਾ ਜਿਹੜਾ ਉਹ ਭਗਤ ਜਨ ਟਾਲ ਸਕਦਾ ਹੈ, ਪਰ ਭਗਤ ਦਾ ਕਿਹਾ ਹੋਇਆ ਬਚਨ ਪਰਮੇਸ਼ਰ ਜਿਹੜਾ ਉਹ ਮਿਟਾ ਨਹੀਂ ਸਕਦਾ ਹੈ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਉਪਦੇਸ਼ ਦੇ ਰਹੇ ਸਨ, ਇਦਾਂ ਕਰਕੇ ਫਿਰ ਜਿਹੜੇ ਲੋਕ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਸਨ। ਫਿਰ ਨਿਜ਼ਾਮੂਦੀਨ ਜਿਹੜਾ ਪੀਰ ਸੀ ਉਸੇ ਵੇਲੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਬੇਨਤੀ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਣ ਕੇ ਬੇਨਤੀ ਕਰਕੇ ਕਹਿੰਦਾ ਹੈ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਇਸ ਹਾਥੀ ਨੂੰ ਹੁਣ ਦੁਬਾਰਾ ਤੋਂ ਤੁਸੀਂ ਠੀਕ ਕਰ ਦੇਣਾ ਕਰੋ। ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਉਸੇ ਤਰ੍ਹਾਂ ਦੇ ਨਾਲ ਦੁਬਾਰਾ ਤੋਂ ਜਲ ਜਿਹੜਾ ਹੈ ਇਸ ਹਾਥੀ ਦੇ ਉੱਪਰ ਤੁਸੀਂ ਛਿੜਕ ਦੇਣਾ ਕਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਰ-ਬਾਰ ਇਹ ਪੀਰ ਜਿਹੜਾ ਬੇਨਤੀਆਂ ਕਰਦਾ, ਇਹਦੀ ਇੱਛਾ ਜਿਹੜੀ ਉਹਦੀ ਵੀ ਪੂਰਤੀ ਕਰ ਦੇਣੀ ਚਾਹੀਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਉਹਦੇ ਉੱਪਰ ਜਲ ਛਿੜਕਦੇ ਹੈ। ਛਿੜਕਣ ਦੇ ਨਾਲ ਹਾਥੀ ਜਿਹੜਾ ਉਹ ਦੁਬਾਰਾ ਤੋਂ ਉੱਠ ਕੇ ਖੜਾ ਹੋ ਜਾਂਦਾ ਹੈ। ਇਹ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ